हो सबना की रेण का ता आओ हमारे पास ਸਾਰਿਆਂ ਦੀ ਖਾਕ ਚਰਨ ਧੂੜ। ਜਦੋਂ ਹੋ ਜਾਂਦਾ ਹੈ ਫਿਰ ਕੋਈ ਗੁਰੂ ਕੋਲ ਪਹੁੰਚਦਾ ਹੈ। ਪਰ ਆਮ ਸਧਾਰਣਤ ਹੈ ਜਿਹੜਾ ਧਾਰਮਿਕ ਹੋ ਜਾਂਦਾ ਹੈ ਨਾ, ਅਕਸਰ ਤੁਸੀਂ ਦੇਖਿਆ ਹੋਵੇਗਾ, ਖਿਆਲ ਕਰਿਓ, ਜਿਹੜਾ ਅਧਾਰਮਿਕ ਹੁੰਦਾ ਹੈ ਜੀ, ਸਿੱਖਾਂ ਦੇ ਵਿੱਚ ਕੋਈ ਕੇਸ ਨਹੀਂ ਰੱਖੇ ਹੋਏ ਹਨ, ਕਿਸੇ ਨੇ ਦਾੜੀ ਦੇ ਵਾਲ ਨਹੀਂ ਰੱਖੇ ਹੋਏ ਹਨ, ਉਹ ਜੇ ਵਿਨਮਰ ਹੁੰਦਾ ਹੈ। ਉਹ ਹੀ ਨੌਜਵਾਨ ਕੇਸ ਰੱਖ ਕੇ, ਦਾੜਾ ਰੱਖ ਕੇ, ਦਸਤਾਰ ਬੰਨ੍ਹ ਕੇ, ਉਹਦੇ 'ਚ ਹੀ ਹੰਕਾਰ ਆ ਜਾਂਦਾ ਹੈ। ਦੇਖੋ ਵੀ ਮੈਂ ਕੁਛ ਹੋ ਗਿਆ, ਅਤੇ ਦੂਸਰੇ ਵੀ ਉਹਦੇ ਹੰਕਾਰ ਦੀ ਤ੍ਰਿਪਤੀ ਕਰਦੇ। ਦੇਖੋ ਹੋਣਾ ਤਾਂ ਉਲਟਾ ਚਾਹੀਦਾ ਹੈ। ਨਿਹੰਗ, ਨਿਹੰਗ ਦਾ ਮਤਲਬ ਹੁੰਦਾ ਹੰਗ ਤਾਤੂ ਰਹਿਤ, ਪਰ ਦਸਤਾਰ ਬੰਨ੍ਹ ਕੇ, ਤੁਰਲਾ ਛੱਡ ਕੇ ਅਤੇ ਹੰਕਾਰ ਜ਼ਿਆਦਾ ਵੱਧ ਜਾਂਦਾ, ਗੱਲ ਉਲਟੀ ਹੋ ਜਾਂਦੀ। ਫਿਰ ਖਿਆਲ ਇੱਕ ਹੋਰ ਵੀ ਰੱਖਣ ਯੋਗ ਇੱਥੇ ਇਹ ਹੈ ਵੀ ਜਿਵੇਂ ਇੱਕ ਸ਼ਬਦ ਹੈ ਨਾ, ਜੋ ਸਿਰ ਰਚ ਰਚ ਬਾਂਧਤ ਪਾਗ, ਸੋ ਸਿਰ ਚੁੰਚ ਸਵਾਰੇ ਕਾਗ। ਭਗਤ ਜੀ ਕਹਿ ਰਹੇ ਹਨ, ਇੱਕ ਜਗ੍ਹਾ ਦੇਖਿਆ ਉਹਨਾਂ ਨੇ ਇੱਕ ਖੋਪੜੀ ਪਈ ਹੋਈ ਮਨੁੱਖ ਦੀ, ਅਤੇ ਉਹਦੇ ਨਾਲ ਚੁੰਝ ਸਵਾਰ ਰਿਹਾ ਸੀ ਕਾਂ, ਲਿਪੜੀ ਹੋਈ ਗੰਦਗੀ ਦੇ ਨਾਲ। ਤੋ ਸੋਚਿਆ ਉਹਨਾਂ ਨੇ, ਖਿਆਲ ਲਾਇਆ ਵੀ ਇਹ ਸਿਰ ਦੇ ਉੱਪਰ ਬੜੀ ਸੁੰਦਰ ਪਗੜੀ ਬੱਧੀ ਹੁੰਦੀ ਸੀ ਕਿਸੇ ਸਮੇਂ, ਅਤੇ ਆਕੜ ਆਕੜ ਕੇ ਤੁਰਦਾ ਸੀ। ਮੇਰੇ ਵਰਗਾ ਸੁੰਦਰ ਕੋਈ ਨਹੀਂ, ਮੇਰੇ ਵਰਗਾ ਜਵਾਨ ਕੋਈ ਨਹੀਂ, ਹੈਮਸਮ ਕੋਈ ਨਹੀਂ, ਦੇਖੋ ਮੈਂ ਹਾਂ। ਇਹ ਪੰਗਤੀ ਨੂੰ ਖਿਆਲ ਵਿੱਚ ਸਿੱਖ ਨਹੀਂ ਰੱਖਦੇ ਹਨ ਵੀ ਤੁਸੀਂ ਜਦੋਂ ਤਿਆਰ ਹੋ ਕੇ ਬੜੀ ਸੁੰਦਰ ਦਸਤਾਰ ਬੰਨ੍ਹ ਕੇ ਵਿਖਾਵਾ ਕਰ ਰਹੇ ਹੋ, ਪ੍ਰਦਰਸ਼ਨ ਕਰ ਰਹੇ ਹੋ, ਉਦੋਂ ਕੀ ਕਹਿ ਰਹੇ ਹੋ? ਬਾਹਰੋਂ ਆਪਣਾ ਰੂਪ ਹੀ ਦਿਖਾ ਰਹੇ ਹੋ ਨਾ, ਅਤੇ ਇਹ ਰੂਪ ਝੂਠਾ ਹੈ। ਇਹਦੇ ਨਾਲੋਂ ਮੋਹ ਤੋੜਨਾ ਹੈ। ਰੂਪ ਨਾਲੋਂ ਮੋਹ ਨਹੀਂ ਟੁੱਟਾ ਹੈ ਅਤੇ ਜੀਵਨ ਦੀ ਇੱਛਾ ਕਿਵੇਂ ਛੱਡੋਗੇ? ਇਹ ਵੀ ਤਾਂ ਸੋਚੋ। ਰੂਪ ਨਾਲੋਂ ਮੋਹ ਨਹੀਂ ਟੁੱਟਾ ਹੈ। ਫਿਰ ਇਹੋ ਹੀ ਪ੍ਰਚਾਰਕ ਜਦੋਂ ਇਸਤਰੀਆਂ ਮੇਕਅਪ ਕਰਕੇ ਬਾਜ਼ਾਰ ਦੇ ਵਿੱਚੋਂ ਆਉਂਦੀਆਂ ਹਨ ਤਾਂ ਉਹਨਾਂ ਨੂੰ ਕਹਿਣਗੇ ਇਹ ਅਧਾਰਮਿਕ ਹਨ, ਆਪਣਾ ਰੂਪ ਦਿਖਾ ਰਹੀਆਂ ਹਨ ਲੋਕਾਂ ਨੂੰ, ਸੁੰਦਰ ਬਣ ਕੇ ਬੈਠਦੀਆਂ ਹਨ, ਅਤੇ ਆਪ ਕੀ ਕਰ ਰਹੇ ਹਨ? ਮੈਂ ਅਕਸਰ ਦੇਖਿਆ ਹੈ ਵੀ ਸਿੱਖ ਨੌਜਵਾਨ ਜਿੰਨਾ ਚਿਰ ਤਿਆਰ ਹੋਣ ਨੂੰ ਲਾਉਂਦਾ ਹੈ ਨਾ, ਉਹਨਾਂ ਚਿਰ ਹੀ ਅਕਸਰ ਬੀਬੀਆਂ ਲਾ ਰਹੀਆਂ ਹਨ ਤਿਆਰ ਹੋਣ। ਉਹ ਵੀ ਪੱਗ ਬੰਨ੍ਹਣ ਨੂੰ ਕਈ ਬੜਾ ਟਾਈਮ ਲਾਉਂਦੇ। ਮੈਂ ਤਾਂ ਐਸਾ ਕਹਿੰਦੇ ਵੀ ਸੁਣਿਆ ਹੈ, ਇਹਨੂੰ ਘੰਟਾ ਡੇਢ ਲੱਗ ਜਾਂਦਾ ਕਈ ਵਾਰ ਕਹਿੰਦੇ ਪੱਗ ਬੰਨ੍ਹਣ ਨੂੰ, ਵਾਰ ਢਾਹ ਕੇ ਸਵਾਰ ਕੇ ਬੰਨ। ਹੁਣ ਜਿਹਨੂੰ ਇੰਨਾ ਸਮਾਂ ਲੱਗ ਰਿਹਾ ਉਹ ਸੂਰਤ ਦਿਖਾਲਣ ਵਾਸਤੇ ਹੀ ਲਾ ਰਿਹਾ ਹੈ, ਸੂਰਤ ਦਾ ਪ੍ਰਦਰਸ਼ਨ ਕਰਨਾ ਹੈ। ਇਹਨੂੰ ਹੀ ਲੋਕ ਧਰਮ ਸਮਝਦੇ ਹਨ। ਬਾਹਰੋਂ ਪ੍ਰਦਰਸ਼ਨ ਕਰਨਾ ਹੈ ਧਰਮ ਦਾ, ਦਿਖਾਵਾ ਸੂਰਤ ਦਾ। ਸੂਰਤ ਦੇ ਨਾਲ ਹੀ ਮੋਹ ਪੈ ਗਈ। ਸੂਰਤ ਦੇ ਝੂਠ ਹੈ, ਅਤੇ ਜਿਹਦਾ ਸੂਰਤ ਦੇ ਨਾਲ ਮੋਹ ਹੈ ਉਹਦਾ ਸਰੀਰ ਦੇ ਨਾਲ ਮੋਹ ਹੈ, ਅਤੇ ਜੀਵਨ ਦੀ ਇੱਛਾ ਕਿਵੇਂ ਸਮਾਪਤ ਹੋਊਗੀ? ਜੀਵਨ ਦੀ ਇੱਛਾ ਤਾਂ ਜੇ ਬਾਹਰ ਲੱਗੀ ਹੋਈ ਹੈ ਦੂਸਰਿਆਂ ਦੇ ਨਾਲ, ਉਧਰ ਨਹੀਂ ਛੁੱਟ ਰਹੀ ਹੈ।
ਦੂਸਰਿਆਂ ਨੂੰ ਪਾਲਣ ਦੀ ਖਾਤਰ, ਦੂਸਰਿਆਂ ਦੇ ਰਿਜ਼ਕ ਦੀ ਖਾਤਰ, ਦੂਸਰਿਆਂ ਨੂੰ ਜਿਵਾਉਣ ਦੀ ਖਾਤਰ ਤੁਸੀਂ ਭੱਜੇ ਫਿਰਦੇ ਹੋ ਬਾਹਰ ਦਰ ਬਦਰ। ਬਹੁਤ ਪ੍ਰਚਾਰਕ ਨੱਠਦੇ ਹਨ, ਬਹੁਤ ਦੌੜ ਲੱਗੀ ਹੋਈ ਉਸੇ ਧਨ ਪਿੱਛੇ, ਉਹ ਮਾਇਆ ਪਿੱਛੇ, ਜਿਹੜੀ ਮਾਇਆ ਨੂੰ ਮਮਤਾ ਮੋਹਣੀ ਕਹਿ ਦਿੰਦੇ ਆ, ਅਤੇ ਆਪ ਵੀ ਉਹਦੇ ਪਿੱਛੇ ਜਾ ਰਹੇ ਹਨ। ਮਮਤਾ ਆਪਣੇ ਬੱਚਿਆਂ ਨਾਲ ਹੀ ਹੈ ਅਤੇ ਮੋਹਣੀ ਮਾਇਆ ਹੈ, ਅਤੇ ਮਾਇਆ ਦੇ ਪਿੱਛੇ ਤੁਰੇ ਜਾਂਦੇ ਹਨ ਕਿ ਜਿੰਨੀ ਜ਼ਿਆਦਾ ਤੋਂ ਜ਼ਿਆਦਾ ਹੋਵੇ, ਕਿਉਂਕਿ ਬੱਚਿਆਂ ਦੀਆਂ ਖਵਾਹਿਸ਼ਾਂ ਉਹਨਾਂ ਦੀਆਂ ਵੀ ਜ਼ਿਆਦਾ ਹੀ ਹਨ। ਉਹਨਾਂ ਨੇ ਵੀ ਬਾਹਰ ਜਾਣਾ, ਵਿਦੇਸ਼ਾਂ 'ਚ ਜਾਣਾ, ਉਹਨਾਂ ਵਾਸਤੇ ਵੀ ਇਕੱਠੇ ਕਰਨ। ਅਤੇ ਪਹਿਲਾਂ ਤਾਂ ਆਸਾ ਬਾਹਰੋਂ ਸਮਾਪਤ ਹੋਵੇਗੀ, ਦੂਸਰਿਆਂ ਤੋਂ, ਦੂਸਰਿਆਂ ਨੂੰ ਜਿਵਾਉਣ ਦੀ ਇੱਛਾ, ਦੂਸਰਿਆਂ ਵੱਲੋਂ ਧਿਆਨ ਹਟੇਗਾ ਪਹਿਲਾਂ। ਇਸੇ ਕਾਰਨ ਵਾਰ-ਵਾਰ ਮੈਂ ਕਹਿੰਦਾ ਹਾਂ ਕਿ ਦੂਸਰਿਆਂ ਵੱਲੋਂ ਹਟਾਓ ਧਿਆਨ। ਤੁਸੀਂ ਨਹੀਂ ਜਵਾ ਰਹੇ ਹੋ ਦੂਸਰਿਆਂ ਨੂੰ, ਜਿਹਨੇ ਜਵਾਉਣਾ ਹੈ ਉਹ ਜਵਾਵੇਗਾ। ਇਹੋ ਆਸਾ ਛੱਡ ਕੇ ਹੀ ਸਤਿਗੁਰਾਂ ਕੋਲ ਆਏ ਸਨ ਸਿੱਖ। ਹੁਣ 5 ਪਿਆਰੇ ਜਿਹੜੇ ਆਏ ਸਨ, ਉਹ ਆਪਣੇ ਪਰਿਵਾਰ ਬੱਚਿਆਂ ਨੂੰ ਛੱਡ ਕੇ ਹੀ ਆਏ ਸਨ। ਪਹਿਲਾਂ ਬਾਹਰਲਿਆਂ ਦੇ ਜੀਵਨ ਦੀ ਇੱਛਾ ਸਮਾਪਤ ਕੀਤੀ ਵੀ ਅਸੀਂ ਕਿਸੇ ਨੂੰ ਨਹੀਂ ਜਵਾਉਣਾ ਹੈ। ਰੱਬ ਜਵਾਵੇ, ਉਹਨੇ ਭੇਜੇ ਹਨ, ਉਹ ਰਿਜ਼ਕ ਦਿੰਦਾ, ਨਾਲੇ ਲਿਖਿਆ ਵੀ ਹੋਇਆ ਹੈ ਵੀ ਰਿਜ਼ਕ ਤਾਂ ਪਹਿਲਾਂ ਦੇ ਦਿੰਦਾ, ਪਹਿਲਾਂ ਦੇ ਤੈਂ ਰਿਜ਼ਕ ਸੰਭਾਲ, ਅਤੇ ਤੈਨੂੰ ਕਾਹਦੀ ਚਿੰਤਾ, ਤੋ ਚਿੰਤਾ ਛੱਡ ਦਿੰਦਾ ਹੈ। ਫਿਰ ਆਪਣੇ ਜੀਵਨ ਦੀ ਇੱਛਾ ਵੀ ਛੱਡਦਾ ਹੈ ਸਤਿਗੁਰਾਂ ਕੋਲ ਆਣ ਕੇ। ਫਿਰ ਉਹ ਆਪਣੇ ਜੀਵਨ ਵਾਸਤੇ ਨਹੀਂ ਸੋਚਦਾ ਹੈ। ਅਕਸਰ ਜ਼ਿਆਦਾਤਰ ਧਾਰਮਿਕ ਸਥਾਨਾਂ 'ਤੇ ਜਿਹੜਾ ਸੇਵਾਦਾਰ ਵੀ ਹਨ, ਸੇਵਾ ਕਰਦੇ ਹਨ, ਉਹ ਵੀ ਆਪੋ ਆਪਣੇ ਜੀਵਨ ਬਾਰੇ ਹੀ ਸੋਚ ਰਹੇ ਹਨ। ਸਾਧੂ ਮਹਾਤਮਾ, ਉਹਨਾਂ ਨੇ ਵੀ FDਆਂ ਕਰਾਈਆਂ ਹੋਈਆਂ ਹਨ, ਬੀਮੇ ਕਰਾਏ ਹੋਏ ਹਨ, ਬੜੀ ਲੰਮੀ ਯੋਜਨਾ ਬਣਾਉਂਦੇ। ਅਤੇ ਸੇਵਾਦਾਰ ਵੀ ਆਪਣੇ ਆਪਣੇ ਜੀਵਨ ਵਾਸਤੇ ਸੋਚਦੇ ਰਹਿੰਦੇ ਹਨ। ਜੇ ਆਪਣੇ ਜੀਵਨ ਦੀ ਹੀ ਲਾਲਸਾ ਹੈ, ਇਸ ਕਰਕੇ ਖਾਣ ਬਾਰੇ ਜ਼ਿਆਦਾ ਸੋਚਦੇ ਹਨ ਜਿਨ੍ਹਾਂ ਨੂੰ ਜ਼ਿਆਦਾ ਲਾਲਸਾ ਜੀਣ ਦੀ ਹੁੰਦੀ। ਸੇਵਾਦਾਰ ਦੂਸਰਿਆਂ ਕੋਲੋਂ ਲੁਕਾ ਕੇ ਰੱਖਦੇ ਹਨ ਖਾਣ ਵਾਲਾ ਸਮਾਨ। ਅਤੇ ਜਿਹੜਾ ਲੁਕਾ ਕੇ ਰੱਖ ਰਿਹਾ ਹੈ, ਸੋਚ ਰਿਹਾ ਹੈ ਵੀ ਮੈਨੂੰ ਪਹਿਲਾਂ ਮਿਲ ਜਾਵੇ, ਜਿਹੜਾ ਚੰਗੀ ਚੀਜ਼ ਹੈ ਮੈਨੂੰ ਪਹਿਲਾਂ ਮਿਲ ਜਾਵੇ, ਤੋ ਜੀਵਨ ਦੀ ਆਸਾ ਨਾਲ ਭਰਿਆ ਹੋਇਆ, ਇੱਛਾ ਨਾਲ। ਅਤੇ ਜਿਹੜਾ ਇੱਛਾ ਦੇ ਨਾਲ ਭਰਿਆ ਹੋਇਆ ਹੈ ਜੀਵਨ ਦੀ, ਤਾਂ ਉਹਨੂੰ ਕਿਵੇਂ ਪ੍ਰਾਪਤ ਹੋਊਗਾ? ਕਿਹਾ ਵੀ ਹੈ ਨਾ, ਲੱਭ ਲੋਭ ਅਹੰਕਾਰ ਕੀ ਮਾਤੀ, ਮਾਇਆ ਮਨੇ ਸਮਾਏ, ਇੰਨੀ ਬਾਤੀ ਸਹੁ ਪਾਈਏ ਨਾਹੀਂ, ਭਈ ਕਾਮਣ ਈ ਆਣੀ। ਲੱਭ ਲੋਭ, ਜਿਹਨੂੰ ਲੱਭ ਹੈ ਆਪਣੇ ਖਾਣ ਦਾ ਹੀ, ਵੀ ਦੂਸਰਿਆਂ ਨੂੰ ਮਿਲੇ ਨਾ ਮਿਲੇ। ਇਹ ਸ਼ਬਦ ਜਿਹੜਾ ਹੈ ਐਸਾ ਨਹੀਂ ਇਸਤਰੀਆਂ ਵਾਸਤੇ ਹੈ, ਨਹੀਂ, ਭਗਤੀ ਭਾਵਨਾ ਵਾਲਿਆਂ ਵਾਸਤੇ। ਜਿਹੜਾ ਭਗਤੀ ਭਾਵਨਾ ਵਾਲਾ ਹੈ ਨਾ, ਉਹਦੇ 'ਚ ਇਸਤਰੀਣ ਗੁਣ ਆ ਜਾਂਦੇ ਹਨ, ਉਹਦਾ ਚਿੱਤ ਇਸਤਰੀ ਵਰਗਾ ਹੋ ਜਾਂਦਾ ਹੈ। ਇਸ ਕਰਕੇ ਭਗਤੀ ਭਾਵਨਾ ਵਾਲੇ ਸ਼ਬਦ ਇਸਤਰੀਣ ਹੁੰਦੇ ਹਨ ਜ਼ਿਆਦਾ। ਇੰਨੀ ਬਾਤੀ ਸੌ ਪਾਈਏ ਨਾਹੀਂ, ਭਈ ਕਾਮਣੀ ਆਣੀ। ਕਈ ਇਸਤਰੀਆਂ ਦਾ ਵੀ ਸੁਭਾਅ ਹੁੰਦਾ ਹੈ ਭਈ ਕੋਈ ਸਵਾਦਿਸ਼ਟ ਵਿਅੰਜਨ ਬਣਿਆ, ਭੋਜਨ ਬਣਿਆ, ਅਤੇ ਪਹਿਲਾਂ ਆਪਣੇ ਲਈ ਪਾ ਕੇ ਰੱਖ ਲੈਂਦੀਆਂ ਹਨ ਲੁਕਾ ਕੇ। ਆਪਣੇ ਜੀਵਨ ਦੀ ਆਸਾ ਹੈ ਨਾ, ਆਪਣੇ ਨਾਲ ਮੋਹ ਹੈ। ਭਾਈ ਮੰਝ ਜੀ ਦੀ ਤੁਸੀਂ ਕਹਾਣੀ ਸੁਣਦੇ ਹੋ ਨਾ, ਦੱਸਦੇ ਵੀ ਹਨ ਪ੍ਰਚਾਰਕ ਵੀ ਉਹ ਬਾਹਰ ਜੋ ਭੋਜਨ ਬਚ ਜਾਂਦਾ ਸੀ, ਸੁੱਟਿਆ ਜਾਂਦਾ, ਉਹ ਖਾਂਦੇ ਸਨ। ਨਹੀਂ, ਐਸਾ ਨਹੀਂ ਵੀ ਬਾਹਰ ਸੁੱਟਿਆ ਜਾਂਦਾ ਸੀ ਉਹ ਖਾਂਦੇ ਸਨ, ਨਹੀਂ, ਜਿਹੜਾ ਬਚ ਜਾਂਦਾ ਸੀ ਸਾਰੀ ਸੰਗਤ ਨੂੰ ਵਰਤਾਉਣ ਤੋਂ ਬਾਅਦ, ਕਿਉਂਕਿ ਉਸ ਸਮੇਂ ਸੁੱਟਣ ਯੋਗ ਭੋਜਨ ਨਹੀਂ ਸੀ ਹੋਇਆ ਕਰਦਾ, ਭੋਜਨ ਬਹੁਤ ਘੱਟ ਹੋਇਆ ਕਰਦਾ ਸੀ ਉਸ ਸਮੇਂ ਦੇ ਵਿੱਚ, ਖਿਆਲ ਵਿੱਚ ਰੱਖੋ। ਇਸ ਕਰਕੇ ਲੰਗਰਾਂ ਦੀ ਜ਼ਿਆਦਾ ਮਹਾਨਤਾ ਸੀ। ਦੂਰੋਂ ਦਰਾਡੋਂ ਲੋਕ ਆਉਂਦੇ ਸਨ, ਕਈ ਭੁੱਖੇ ਭਾਣੇ, ਤਾਂ ਉਹਨਾਂ ਨੂੰ ਭੋਜਨ ਮਿਲ ਜਾਂਦਾ ਸੀ।
ਅਜੋਕੇ ਸਮੇਂ 'ਚ ਲੋੜ ਨਹੀਂ ਹੈ ਲੰਗਰਾਂ ਦੀ, ਕਿਉਂਕਿ ਅਜੋਕੇ ਸਮੇਂ 'ਚ ਆਦਮੀ ਘਰੋਂ ਖਾ ਕੇ ਸ਼ਾਮ ਨੂੰ ਘਰ ਮੁੜ ਆਉਂਦਾ ਹੈ, ਜ਼ਿਆਦਾ ਸੰਭਾਵਨਾ ਹੁੰਦੀ ਹੈ। ਨਹੀਂ ਤਾਂ ਉੱਥੇ ਵੀ ਹੋਟਲ ਖੁੱਲ੍ਹੇ ਹੋਏ ਹਨ, ਪੈਸੇ ਸਾਰਿਆਂ ਕੋਲ ਹੈ ਨਹੀਂ, ਲੰਗਰਾਂ ਦੀ ਤਾਂ ਲੋੜ ਨਹੀਂ ਹੈ। ਅਜੋਕੇ ਸਮੇਂ 'ਚ ਤੇ ਰੱਜੇ ਹੋਏ ਹਨ ਸਾਰੇ ਲੋਕ, ਸਿਰਫ ਦਿਖਾਵੇ ਦੀ ਖਾਤਰ ਲੋਕ ਲੰਗਰ ਲਾ ਰਹੇ ਹਨ। ਸਿੱਖ ਅਜੋਕੇ ਸਮੇਂ 'ਚ ਦਿਖਾਵਾ ਕਰਦੇ ਹਨ, ਧਾਰਮਿਕ ਦਿਖਾਵਾ ਵੀ ਸਾਡੇ 'ਚ ਲੰਗਰਾਂ ਦੀ ਪਰੰਪਰਾ ਹੈ, ਅਤੇ ਲੋਕ ਪ੍ਰਭਾਵਿਤ ਹੋਣ। ਜ਼ਿਆਦਾ ਧਾਰਮਿਕ ਦਿਖਾਵਾ ਹੀ ਹੁੰਦਾ, ਅਤੇ ਉਸ ਸਮੇਂ ਭੋਜਨ ਬਹੁਤ ਘੱਟ ਹੁੰਦਾ ਸੀ, ਸੀਮਤ ਬਣਦਾ ਸੀ। ਅਤੇ ਅਗਰ ਕੋਈ ਪ੍ਰੇਮੀ ਇੱਕ ਦੋ ਆ ਗਿਆ ਬਾਅਦ ਵਿੱਚ, ਸ਼ਰਧਾਲੂ ਕੋਈ ਸਿੱਖ, ਅਤੇ ਉਹ ਛਕ ਲੈਂਦਾ, ਅਤੇ ਬਹੁਤ ਘੱਟ ਕਿਤੇ ਸ਼ਾਬੇ ਦੇ ਵਿੱਚ ਰੋਟੀ ਦੇ ਟੁਕੜੇ ਬਚਦੇ, ਕੋਈ 2-4 ਤੋਂ ਚੁਣ ਕੇ ਭਾਈ ਮੰਝ ਜੀ ਖਾ ਲੈਂਦੇ, ਅਤੇ ਉੱਪਰੋਂ ਜੀ ਪਾਣੀ ਪੀ ਲੈਂਦੇ, ਅਤੇ ਕਿਸੇ ਦੀ ਸ਼ਿਕਾਇਤ ਵੀ ਨਾ ਕਰਦੇ ਵੀ ਮੈਨੂੰ ਭੋਜਨ ਨਹੀਂ ਮਿਲਿਆ ਹੈ ਰਾਤ ਨੂੰ। ਅਗਰ ਸ਼ਿਕਾਇਤ ਵੀ ਕਰ ਦਿੱਤੀ ਤੇ ਤਾਂ ਵੀ ਲੱਭ ਤੇ ਹੋ ਹੀ ਗਿਆ, ਲੋਭ ਹੋ ਗਏ। ਇੰਨੀ ਬਾਤੀ ਸਹ ਪਾਈਏ ਨਾ ਭਾਈ ਕਾਮਣਿਆ, ਇਤਨਾ ਥੋੜ੍ਹੀ ਪਿਆਰਾ ਮਿਲਦਾ ਜਿਹਦੇ ਅੰਦਰ ਲੱਭ ਤੇ ਲੋਭ ਹੈ ਵੀ ਮੈਂ ਹੀ ਖਾ ਲਾਂ। ਦਰਅਸਲ ਖਿਆਲ ਵਿੱਚ ਇਹ ਰੱਖਣ ਯੋਗ ਹੈ, ਜਿਹਦੇ ਅੰਦਰ ਇਹ ਤੋਂ ਉਲਟੀ ਬਿਰਤੀ ਪੈਦਾ ਹੋ ਜਾਂਦੀ ਹੈ। ਆਪਣੇ ਨਾਲੋਂ ਦੂਸਰੇ ਨੂੰ ਮਹੱਤਵਪੂਰਨ ਸਮਝਣ ਲੱਗ ਜਾਂਦਾ ਵੀ ਮੈਂ ਭਾਵੇਂ ਭੁੱਖਾ ਵੀ ਰਹਿ ਜਾਵਾਂ, ਦੂਸਰੇ ਨੂੰ ਭੋਜਨ ਮਿਲ ਜਾ। ਇੱਥੋਂ ਹੀ ਸੇਵਾ ਪੈਦਾ ਹੁੰਦੀ ਹੈ, ਇਸੇ ਦਇਆ ਭਾਵਨਾ ਤੋਂ ਸੇਵਾ ਪੈਦਾ ਹੁੰਦੀ। ਸੇਵਾ ਲੱਭੀ ਨਹੀਂ ਕਰ ਸਕਦੇ ਜਿਹਦੇ ਅੰਦਰ ਲੱਭ ਹੈ ਵੀ ਮੈਂ ਹੀ ਰੱਜ ਜਾਵਾਂ, ਮੈਂ ਹੀ ਖਾ ਲਵਾਂ, ਮੈਂ ਹੀ ਸੁੱਖ ਮਾਣ ਲਵਾਂ, ਮੈਂ ਹੀ ਭੋਗ ਲਵਾਂ। ਉਹ ਤਾਂ ਮੈਂ ਹੈ ਆਪਣੇ ਖਾਤਰ, ਉਹ ਤਾਂ ਜੀਣ ਦੀ ਇੱਛਾ ਆਪਣੀ ਨਹੀਂ। ਜਿਹੜਾ ਆਪਣੇ ਲਾਗੇ ਜਿਹੜੇ ਰਹਿ ਰਹੇ ਹਨ, ਉਹਨਾਂ ਨੂੰ ਕਹਿੰਦਾ ਹੈ ਵੀ ਮੇਰਾ ਹਿੱਸਾ ਵੀ ਉਹਨਾਂ ਨੂੰ ਮਿਲ ਜਾਵੇ। ਆਪਣੇ ਹਿੱਸੇ 'ਚੋਂ ਜਿਹੜਾ ਦੂਸਰੇ ਨੂੰ ਦੇਣਾ ਚਾਹੁੰਦਾ ਹੈ, ਉਹਦੇ ਅੰਦਰ ਦਇਆ ਪੈਦਾ ਹੁੰਦੀ। ਦਇਆ ਧਰਮ ਕਾ ਮੂਲ ਹੈ, ਅਤੇ ਇੱਥੋਂ ਹੀ ਸੇਵਾ ਪੈਦਾ ਹੁੰਦੀ। ਅਤੇ ਜਿਹੜੇ ਸਤਿਗੁਰਾਂ ਕੋਲ ਆ ਵੀ ਗਏ ਬਾਹਰੋਂ ਜੀਵਨ ਦੀ ਇੱਛਾ ਛੱਡ ਕੇ, ਉਹ ਫਿਰ ਆਪਣੇ ਸਰੀਰ ਨੂੰ ਜਿੰਦਾ ਰੱਖਣ ਵਾਸਤੇ ਵੀ ਸੋਚਦੇ ਨਹੀਂ ਹਨ, ਲੱਭ ਨਹੀਂ ਕਰਦੇ ਹਨ। ਸਾਰੀ ਦਿਹਾੜੀ ਕਈ ਸੋਚਦੇ ਰਹਿੰਦੇ ਹਨ ਕੀ ਖਾਣਾ ਕੀ ਨਹੀਂ ਖਾਣਾ। ਆਪਣੇ ਸਰੀਰ ਬਾਰੇ ਹੀ ਜੇ ਸੋਚਦੇ ਰਹੇ ਤਾਂ ਜੀਵਨ ਦੀ ਇੱਛਾ ਤਾਂ ਤੁਹਾਡੀ ਬਣੀ ਰਹੀ। ਅਤੇ ਜਿਹੜਾ ਦੂਸਰਿਆਂ ਨੂੰ ਜਿਵਾਉਣ ਬਾਰੇ ਆਪਣੇ ਕੋਲ ਜਿਹੜੇ ਰਹਿੰਦੇ ਆ, ਕਹਿੰਦਾ ਹੈ ਵੀ ਮੈਂ ਮੇਰੇ ਹਿੱਸੇ ਦਾ ਉਹਨਾਂ ਨੂੰ ਮਿਲ ਜਾ, ਉਹਨਾਂ ਨੂੰ ਦੇ ਦੇ। ਉਹ ਹੈ ਵਾਸਤਵਿਕ ਦੇ ਵਿੱਚ ਗੁਰਮੁਖ ਪਿਆਰਾ। ਫਿਰ ਗੱਲ ਖਿਆਲ ਵਿੱਚ ਰੱਖਣੀ, ਹੁਣ ਇਹਦਾ ਮਤਲਬ ਇਹ ਨਹੀਂ ਹੈ ਵੀ ਜਿਹੜੇ ਗ੍ਰਸਤੀ ਹਨ ਉਹ ਐਸਾ ਕਰ ਰਹੇ ਹਨ ਵੀ ਆਪਣੇ ਹਿੱਸੇ ਦਾ ਆਪਣੇ ਬੱਚਿਆਂ ਨੂੰ ਦੇ ਰਹੇ ਹਨ। ਨਹੀਂ, ਉੱਥੇ ਮੋਹ ਦਾ ਕਰਕੇ ਦੇ ਰਹੇ ਹਨ। ਉਹ ਆਪਣੇ ਹਨ ਤਾਂ ਦਿੰਦੇ ਹਨ। ਮੇਰਾ ਬੱਚਾ ਹੈ ਅਤੇ ਆਪਣੇ ਮੂੰਹ 'ਚੋਂ ਕੱਢ ਕੇ ਮਾਂ ਦਿੰਦੀ ਹੈ, ਉੱਥੇ ਮੋਹ ਮਮਤਾ ਹੈ, ਮੇਰਾ ਹੈ, ਉਹੋ ਹੀ ਬੰਧਨ ਹੈ। ਪਰ ਜਿਹੜਾ ਮੋਹ ਮਮਤਾ ਤੋਂ ਬਾਹਰ ਆ ਗਿਆ, ਜਿਵੇਂ ਭਾਈ ਮੰਝ ਜੀ ਜਾਂ ਹੋਰ ਗੁਰਸਿੱਖ ਆ ਗਏ ਸਨ, ਉਹ ਫਿਰ ਆਪਣੇ ਸਰੀਰ ਨੂੰ ਦੂਸਰੇ ਦੇ ਸਰੀਰ ਦੀ ਸੇਵਾ ਵਿੱਚ ਲਾ ਦਿੰਦੇ ਸਨ, ਹੋਰਾਂ ਦੀ। ਉਹ ਆਪਣੇ ਹਿੱਸੇ ਦਾ ਦੂਸਰਿਆਂ ਨੂੰ ਦਿੰਦੇ, ਆਪਣੇ ਜੀਵਨ ਦੀ ਇੱਛਾ ਨਹੀਂ ਕਰਦੇ, ਦੂਸਰੇ ਨੂੰ ਬਚਾਉਣ ਵਾਸਤੇ ਤਤਪਰ ਰਹੀ। ਅਤੇ ਉਹਨਾਂ ਦੇ ਅੰਦਰ ਸੇਵਾ ਪੈਦਾ ਹੁੰਦੀ। ਇਹੋ ਹੀ ਸੇਵਾ ਸਾਧਨਾ ਬਣਦੀ ਹੈ। ਸੇਵਾ ਸਿਰਫ ਬਾਹਰੋਂ ਨਹੀਂ ਹੁੰਦੀ ਹੈ, ਅੰਦਰੋਂ। ਜਿਨ੍ਹਾਂ ਦੇ ਅੰਦਰ ਲੱਭ ਨਹੀਂ ਹੁੰਦਾ, ਲੋਭ ਨਹੀਂ ਹੁੰਦਾ, ਉਹੋ ਹੀ ਸੇਵਾ ਕਰ ਸਕਦੇ ਹਨ। ਲੱਭ ਤੋਂ ਹੀ ਲੋਭ ਪੈਦਾ ਹੁੰਦਾ ਹੈ। ਇਕੱਠਾ ਕਰਨਾ, ਕਈ ਇਕੱਠਾ ਕਰ ਕਰਕੇ ਰੱਖਣਗੇ ਖਾਣ ਵਾਸਤੇ। ਸਾਧੂ ਮਹਾਤਮਾ ਵੀ ਮੈਂ ਐਸੇ ਬਹੁਤ ਦੇਖੇ ਆ, ਆਪਣੇ ਖਾਣ ਵਾਸਤੇ ਬਹੁਤ ਕੁਛ ਇਕੱਠਾ ਕਰ ਕਰਕੇ ਰੱਖੀ ਜਾਣੀ।
तो लोभ है। ਲੱਭ ਲੋਭ ਅਹੰਕਾਰ ਕੀ ਮਾਤੀ। ਤੇ ਹੰਕਾਰ ਦੇ ਵਿੱਚ ਮਸਤ। ਤੇ ਜਿਹੜਾ ਹੰਕਾਰੀ ਹੈ ਉਹ ਝੁਕ ਨਹੀਂ ਸਕਦਾ। ਜਿਹੜਾ ਝੁਕਿਆ ਨਹੀਂ ਹੈ, ਖਿਆਲ ਵਿੱਚ ਰੱਖਿਓ, ਉਹ ਸਾਰਿਆਂ ਦੀ ਰੇਣੂਕਾ ਕਿਵੇਂ ਹੋ ਸਕਦਾ। ਇਹ ਅਗਲੀ ਪਿਛਲੀ ਪੰਕਤੀ ਦੋਵੇਂ ਜੁੜੀਆਂ ਹੋਈਆਂ ਹਨ। ਦਰਅਸਲ ਜਿਨ੍ਹਾਂ ਦੇ ਅੰਦਰ ਜੀਵਨ ਦੀ ਇੱਛਾ ਨਹੀਂ ਨਾ ਰਹਿੰਦੀ ਹੈ, ਚਾਹਤ ਨਹੀਂ ਰਹਿੰਦੀ ਹੈ, ਉਹ ਹੀ ਸਾਰਿਆਂ ਦੀ ਰੇਣੂਕਾ ਹੋ ਸਕਦਾ ਹੈ। ਕਿਉਂਕਿ ਉਹਨਾਂ ਨੂੰ ਆਪਣਾ ਜੀਵਨ ਦਿਖਾਉਣ ਦੀ ਇੱਛਾ ਵੀ ਨਹੀਂ ਰਹਿ ਜਾਂਦੀ ਵੀ ਮੈਂ ਕੁਛ ਹਾਂ, ਧਾਰਮਿਕ ਹਾਂ, ਪ੍ਰਚਾਰਕ ਹਾਂ। ਤੇ ਇੱਛਾ ਪਹਿਲਾਂ ਦੂਸਰਿਆਂ ਨੂੰ ਜਿਵਾਉਣ ਦੀ ਇੱਛਾ ਸਮਾਪਤ ਹੋਵੇਗੀ, ਫਿਰ ਖੁਦ ਜੀਣ ਦੀ ਇੱਛਾ ਸਮਾਪਤ ਹੋ ਜਾਵੇਗੀ। ਫਿਰ ਹੋਵੇਗਾ ਉਹ ਸਾਰਿਆਂ ਦੀ ਰੇਣੂਕਾ, ਉਹ ਸਾਰਿਆਂ ਦੇ ਅੱਗੋਂ ਝੁਕ ਜਾਵੇਗਾ। ਕਿਉਂਕਿ ਮਰਿਆ ਹੋਇਆ, ਭਾਵੇਂ ਕੋਈ ਉਹਦੇ ਸਿਰ 'ਚ ਪੈਰ ਲਾ ਜਾਵੇ, ਮਰਿਆ ਹੋਇਆ ਕੁਛ ਵੀ ਨਹੀਂ ਹੈ ਨਾ। ਕੋਈ ਮਰਜ਼ੀ ਜੋ ਕੁਛ ਮਰਜ਼ੀ ਕਰ ਲਓ। ਤਦੇ ਕਿਹਾ ਹੈ ਨਾ, ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣ। ਕਹਿੰਦੇ ਮੁਰੀਦ ਜਿਹੜਾ ਹੈ ਨਾ, ਸ਼ਿਸ਼ ਸੇਵਕ, ਉਹ ਮੁਰਦੇ ਵਰਗਾ ਹੋ ਜਾਂਦਾ। ਮਰ ਗਿਆ ਨਾ, ਫਿਰ ਜੋ ਮਰ ਗਿਆ ਤੇ ਮੈਂ ਮੁਰਦਾ ਹੋ ਗਿਆ, ਫਿਰ ਆਕੜ ਕਿੱਥੇ ਰਹਿ ਗਈ। ਤੇ ਜਿਹੜਾ ਮਰ ਗਿਆ ਤੇ ਉਹਨੂੰ ਉਹ ਮਿਲ ਗਈ, ਤੇ ਉਹਨੂੰ ਉਹ ਮਿਲ ਗਈ, ਤੇ ਉਹਨੂੰ